परम सत्कारयोग सतगुरां दी साजी निवाजी गुरु रूप प्यारी साध संगत जी, आप जी सारियां संगतां नितनेम कर्म अनुसार गुरु दरबार दियां हाजरियां भरदे हैं। अकाल पुरख महाराज जी किरपा करते ने। सवली नदर सतगुरां ने कीती है। जिस मनुख नूं कलयुग दीआं इन्हां तत्तियां हवावां दे विच ठंडियां हवावां प्राप्त हो रहीआं ने, वो मनुख दी जिहड़ी जिंदगी है एक अहम मन्नी गई है, क्योंकि परमात्मा की किरपा दे नाल अनेकां तरह दीआं जिंदगियां लंघ रहीआं ने, पर ये ठंडियां हवावां किसे किसे नूं प्राप्त होंदियां ने। गुरु साहिब जी महाराज जी ने जिस भी प्राणी दे उपर, देही दे उपर, गुरमुखां दे उपर अपनी किरपा कीती है, वो गुरमुख सज्जन जन गुरबाणी नूं पढ़दे हन, गुरबाणी नूं सुणदे ने ते गुरबाणी नूं गुरबाणी तो सेध लैके अपना जिहड़ा जीवन है वो गुरबाणी के अनुसार बतीत करन दे यतन करते हैं। ते गुरबाणी ने भी महान किरपा कीती है। लंघे हुए समय दीआं गल्लां, आउण वाले समय दीआं बातां, वर्तमान समय दीआं कई जन्मां दीआं सब कुछ गुरबाणी ने एक थाली दे विच परोस के मनुख दे अग्गों रख दिता है। थाल विच तीन वस्तु पईओ, सत संतोख विचारो। थाल दे विच तीन वस्तुआं ने, एक सत है, एक संतोख है, एक विचार है। मनुख की जिंदगी जिस तरह बतीत हो रही है, चलती रहिंदी है, सुख दुख आउंदे जांदे रहिंदे ने, पर इहदे विच एक सब तो वड्डी गल है कि मनुख नूं दो डंग दी भोजन वास्ते थाली ते मिले ही मिले। जिहड़े सियाणे सूझवान पुरख ने ना, जदों भोजन छकन लगदे ने ते पहले परमात्मा की अरदास करते ने, ऐ परमात्मा जिथे तो मैनू भोजन दिता है ना, किरपा करी ये भोजन सबनों ही प्राप्त होवे। सब तो वड्डी गल है भोजन की, क्योंकि जे रोटी नहीं मिली तो गुरु ग्रंथ साहिब जी महाराज कहते ने सब तो वड्डा दुख है भुख का। एक दुख भूख सख्त वार जमदोत। मौत ते मनुख नूं सिर्फ एक बारी आउणी है। जिहड़ी भुख है ये मौत तो भी बुरी मनी गई है। और राती खा सुद्धियां दिन नूं फिर खड़ी।
ਜੇ ਮਨੁੱਖ ਨੂੰ ਭੋਜਨ ਨਾ ਮਿਲੇ ਤਾਂ ਬਿਨਾਂ ਭੋਜਨ ਤੋਂ ਮਨੁੱਖ ਦੀ ਜ਼ਿੰਦਗੀ ਤੜਫਦੀ ਰਹਿੰਦੀ ਹੈ। ਦੋ ਡੰਗ ਦੇ ਭੋਜਨ ਵਾਸਤੇ ਅਕਸਰ ਮਨੁੱਖ ਬੜੀ ਭੱਜ ਦੌੜ ਕਰਦਾ ਰਹਿੰਦਾ ਹੈ। ਖਾਣਾ ਤਾਂ ਦੋ ਡੰਗ ਦਾ ਭੋਜਨ ਹੀ ਹੈ। ਥਾਲ ਤੇ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਜ਼ਰੂਰੀ ਹੈ ਕਿ ਸਾਹਮਣੇ ਆਵੇ ਸਾਰੇ ਕਾਰ ਵਿਹਾਰ ਭੱਜ ਨੱਠ ਸਭ ਕੁਛ ਇਕੱਲੀ ਰੋਟੀ ਵਾਸਤੇ। ਤੋ ਇੱਥੇ ਵੀ ਇੱਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ, ਅਕਾਲ ਪੁਰਖ ਨੇ ਥਾਲੀ ਤਿਆਰ ਕੀਤੀ ਹੈ ਹਰ ਇੱਕ ਮਨੁੱਖ ਵਾਸਤੇ। ਤੇ ਉਹ ਥਾਲੀ ਦੇ ਵਿੱਚ ਤਿੰਨ ਵਸਤੂਆਂ ਨੇ: ਸਤ, ਸੰਤੋਖ ਅਤੇ ਵਿਚਾਰ। ਸਤ ਵਚਨ ਦਾ ਅਧਿਕਾਰੀ ਬਣਨਾ ਹੈ ਤੇ ਤੂੰ ਇਸ ਥਾਲੀ ਦੇ ਵਿੱਚੋਂ ਇਸ ਨੂੰ ਗ੍ਰਹਿਣ ਕਰ ਲਾ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਜਾਂ ਤੂੰ ਫਿਰ ਸੰਤੋਖੀ ਬਣ, ਸੰਤੋਖ ਲੈ ਲੈ, ਜਾਂ ਤੂੰ ਵਿਚਾਰਧਾਰਾ ਕਰਨ ਵਾਲਾ ਤੇ ਸੁਣਨ ਵਾਲਾ ਬਣ, ਜਾਂ ਆਪਣੀ ਵਿਚਾਰਧਾਰਾ ਛੱਡ ਦੇ ਤੇ ਜਿਹੜੀ ਥਾਲੀ ਦੇ ਵਿੱਚ ਪਰਮਾਤਮਾ ਨੇ ਤੈਨੂੰ ਵਿਚਾਰਧਾਰਾ ਪਰੋਸ ਕੇ ਦਿੱਤੀ ਹੈ, ਇਹ ਵਿਚਾਰਧਾਰਾ ਦੇ ਨਾਲ ਆਪਣਾ ਜੀਵਨ ਬਤੀਤ ਕਰ। ਜਿਹੜੀ ਇਹ ਵਿਚਾਰਧਾਰਾ ਹੈ ਤਕਰੀਬਨ ਇਹ ਸਾਰੀ ਦੀ ਸਾਰੀ ਵਿਚਾਰਧਾਰਾ ਗੁਰੂ ਨਾਨਕ ਦੇ ਘਰ ਦੀ ਦੁਨੀਆ ਦੇ ਕਾਰ ਵਿਹਾਰਾਂ ਦੇ ਨਾਲੋਂ ਨਿਆਰੀ ਹੈ, ਵੱਖਰੀ ਹੈ। ਇਹਦੇ ਵਿੱਚ ਨਿਆਰਾਪਨ ਨਜ਼ਰ ਆਉਂਦਾ ਹੈ। ਜਿਹੜੀ ਇਹ ਵਿਚਾਰਧਾਰਾ ਹੈ ਨਿਆਰੀ ਕਿਵੇਂ ਹੈ? ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਦੋ ਸਪੁੱਤਰ ਨੇ, ਬਾਬਾ ਸ਼੍ਰੀ ਚੰਦ ਤੇ ਬਾਬਾ ਲక్ష్ਮੀ ਚੰਦ ਜੀ। ਦੋ ਪੁੱਤਰਾਂ ਨੂੰ ਛੱਡ ਕੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਇੱਕ ਸੇਵਾਦਾਰ ਨੂੰ, ਭਾਈ ਲਹਿਣੀ ਨੂੰ ਗੁਰਤਾ ਗੱਦੀ ਦਿੰਦੇ ਨੇ। ਨਿਆਰਾਪਨ, ਹਾਲਾਂਕਿ ਪਿਤਾ ਤਾਂ ਸਾਰਾ ਕੁਛ ਆਪਣੇ ਪੁੱਤਰਾਂ ਨੂੰ ਦਿੰਦਾ ਹੁੰਦਾ। ਅਗਾਹਾਂ ਚੱਲਦੇ ਹਾਂ। ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਆਪਣੇ ਸਮੂਹ ਪਰਿਵਾਰ ਨੂੰ ਛੱਡ ਕੇ ਆਪਣੇ ਕੁੜਮ ਨੂੰ ਗੁਰਤਾ ਗੱਦੀ ਦਿੰਦੇ ਨੇ ਬਾਬੇ ਅਮਰੂ ਜੀਆਂ ਨੂੰ। ਕੁੜਮਾਚਾਰੀ ਦੇ ਵਿੱਚੋਂ ਲੱਗਦੇ ਸੀ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਪਣੇ ਦੋਨੇ ਪੁੱਤਰਾਂ ਨੂੰ ਛੱਡ ਕੇ, ਪਰਿਵਾਰ ਨੂੰ ਛੱਡ ਕੇ ਗੁਰਤਾ ਗੱਦੀ ਕਿਹਨੂੰ ਦਿੰਦੇ ਨੇ? ਜੋ ਜਵਾਈ ਲੱਗਦੇ ਸਨ ਰਿਸ਼ਤੇ ਨਾਤੇ ਦੇ ਵਿੱਚ, ਭਾਈ ਜੇਠਾ ਜੀ, ਜਿਨ੍ਹਾਂ ਨੂੰ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਬਣਾਇਆ ਗਿਆ। ਨਿਆਰਾਪਣ, ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਤੇ ਬੈਠੇ, ਉਹਨਾਂ ਨੇ ਆਪਣੇ ਦੋਨੇ ਵੱਡੇ ਸਪੁੱਤਰ ਬਾਬਾ ਪਿਰਥੀ ਚੰਦ ਤੇ ਮਹਾਦੇਵ ਨੂੰ ਛੱਡ ਕੇ ਛੋਟੇ ਸਪੁੱਤਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਗੁਰਤਾ ਗੱਦੀ ਦਿੱਤੀ ਹੈ। ਹਾਲਾਂਕਿ ਦੁਨੀਆ ਦੇ ਵਿੱਚ ਤੇ ਵੱਡੇ ਪੁੱਤਰਾਂ ਨੂੰ ਸਾਰਾ ਕੁਝ ਦਿੱਤਾ ਜਾਂਦਾ, ਨਿਆਰਾਪਨ। ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੂੰ ਗੁਰਤਾ ਗੱਦੀ ਦਿੱਤੀ, ਮੀਰੀ ਪੀਰੀ ਦੇ ਮਾਲਕ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਪੁੱਤਰਾਂ ਨੂੰ ਛੱਡ ਕੇ ਪੋਤਰੇ ਨੂੰ ਗੁਰਤਾ ਗੱਦੀ ਦਿੰਦੇ ਨੇ ਗੁਰੂ ਹਰਰਾਏ ਸਾਹਿਬ ਜੀ ਮਹਾਰਾਜ। ਇਸ ਵਕਤ ਤੇ ਅਜੀਬੋ ਗਰੀਬ ਇੱਕ ਘਟਨਾ ਵੀ ਘਟ ਗਈ ਸੀ। ਜਦੋਂ ਬਾਬਾ ਬੁੱਢਣ ਸ਼ਾਹ ਜੀਆਂ ਦੇ ਕੋਲ ਬਾਬਾ ਗੁਰਦਿੱਤਾ ਜੀ ਗਏ ਨੇ ਮਿਲਣ ਵਾਸਤੇ। ਫਕੀਰਾਂ ਨੂੰ ਫਕੀਰ ਮਿਲਦੇ ਨੇ, ਰੱਬ ਦੇ ਪਿਆਰਿਆਂ ਨੂੰ ਰੱਬ ਦੇ ਪਿਆਰੇ ਮਿਲਦੇ ਨੇ। ਬਾਬਾ ਬੁੱਢਣ ਸ਼ਾਹ ਜੀ ਦੇਖ ਕੇ ਦਗ ਦਗ ਹੋ ਉੱਠੇ ਬਾਬੇ ਗੁਰਦਿੱਤੇ ਨੂੰ।
ਕਹਿੰਦੇ ਜੀ ਆਪ ਜੀ ਨੇ ਤੇ ਬਾ ਕਮਾਲ ਕੀਤੀ ਹੈ, ਦਰਸ਼ਨ ਬਖਸ਼ੇ। ਬਾਬਾ ਗੁਰਦਿੱਤਾ ਜੀ ਕਹਿੰਦੇ ਤੁਸੀਂ ਕਿਹਨੂੰ ਕਹਿ ਰਹੇ ਹੋ? ਕਹਿੰਦੇ ਤੁਸੀਂ ਤੇ ਕਿਹਾ ਸੀ ਅਸੀਂ 6ਵੇਂ ਜਾਮੇ ਦੇ ਵਿੱਚ ਆ ਕੇ ਤੁਹਾਤੋਂ ਦੁੱਧ ਮੰਗ ਕੇ ਪੀਵਾਂਗੇ। ਆਪ ਜੀ ਨੇ ਤੇ ਕਿਰਪਾ ਕਰਤੀ, ਕਿਉਂਕਿ ਬਾਬਾ ਗੁਰਦਿੱਤਾ ਜੀਆਂ ਦਾ ਜਿੰਨਾ ਚਿਹਰਾ ਸੀ, ਰੰਗ ਰੂਪ ਸੀ, ਉਹ ਸਾਰੇ ਦਾ ਸਾਰਾ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਨਾਲ ਮਿਲਦਾ ਸੀ। ਤੇ ਇੰਨਾ ਮਿਲਦਾ ਸੀ ਕਿ ਬਾਬਾ ਬੁੱਢਣ ਸ਼ਾਹ ਵੀ ਇਸ ਗੱਲ ਦਾ ਭੁਲੇਖਾ ਖਾ ਗਏ ਸੀ। ਉਹ ਵੀ ਕਹਿਣ ਲੱਗੇ ਤੁਸੀਂ ਤੇ ਸਾਨੂੰ ਕਿਹਾ ਸੀਗਾ ਕਿ 6ਵੇਂ ਜਾਮੇ ਦੇ ਵਿੱਚ ਆਵਾਂਗੇ। ਫਿਰ ਜਦੋਂ ਬਾਬਾ ਗੁਰਦਿੱਤਾ ਜੀ ਕਹਿਣ ਲੱਗੇ ਤੁਸੀਂ ਸਮਝ ਰਹੇ ਹੋ ਕਿ ਮੈਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜਾ ਨਹੀਂ। ਬਾਬਾ ਗੁਰਦਿੱਤਾ ਜੀ ਕਹਿੰਦੇ ਜੇ ਉਹਨਾਂ ਨੇ ਵਾਅਦਾ ਕੀਤਾ ਸੀ ਨਾ, ਉਹ ਨਿਭਾਉਣ ਵਾਸਤੇ ਤੁਹਾਡੇ ਕੋਲ ਜ਼ਰੂਰ ਆਉਣਗੇ। ਫਿਰ 6ਵੇਂ ਜਾਮੇ ਦੇ ਵਿੱਚ ਹਰਗੋਬਿੰਦ ਸਾਹਿਬ ਜੀ ਮਹਾਰਾਜੀਆਂ ਨੇ ਬਾਬਾ ਬੁੱਢਣ ਸ਼ਾਹ ਜੀਆਂ ਤੋਂ ਮੰਗ ਕੇ ਜਾ ਕੇ ਦੁੱਧ ਪੀਤਾ ਸੀ। ਬਾਬਾ ਬੁੱਢਣ ਸ਼ਾਹ ਜੀ ਐਡੇ ਸਿਮਰਨ ਬੰਦਗੀ ਕਰਨ ਵਾਲੇ ਵੀ ਭੁਲੇਖਾ ਲੱਗ ਗਿਆ ਸੀ, ਕਿਉਂਕਿ ਉਹਨਾਂ ਦਾ ਚਿਹਰਾ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਨਾਲ ਮਿਲਦਾ ਜੁਲਦਾ ਸੀ। ਖੈਰ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਪਣੇ ਪੁੱਤਰਾਂ ਨੂੰ ਛੱਡ ਕੇ ਪੋਤਰੇ ਨੂੰ ਗੁਰਤਾ ਗੱਦੀ ਦਿੱਤੀ ਹੈ, ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਨੂੰ। ਤੇ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੂੰ ਗੁਰਤਾ ਗੱਦੀ ਦਿੰਦੇ ਨੇ। ਫਿਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜੀਆਂ ਦੇ ਪੋਤਰੇ ਲੱਗਦੇ ਸੀ, ਪੋਤਰੇ। ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜੀਆਂ ਨੇ ਗੁਰਤਾ ਗੱਦੀ ਦਿੱਤੀ ਹੈ ਆਪਣੇ ਦਾਦੇ ਨੂੰ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ। ਇਹ ਕਿਉਂ ਦਿੱਤੀ ਗਈ? ਇਹਦੇ ਪਿਛਾਂ ਵੀ ਇੱਕ ਬਹੁਤ ਵੱਡਾ ਕਾਰਨ ਛੁਪਿਆ ਹੋਇਆ ਸੀ। ਇਹ ਤੇ ਸੀ ਅੱਗੋਂ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹੀਦੀ ਹੋ ਜਾਂਦੀ ਹੈ ਤੇ ਫਿਰ ਗੁਰਤਾ ਗੱਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਆਪਣੇ ਹੁੰਦਿਆਂ ਹੋਇਆਂ ਆਪਣਾ ਸਾਰੇ ਦਾ ਸਾਰਾ ਸਰਬੰਸ ਕੁਰਬਾਨ ਕਰਤਾ। ਕਹਿੰਦੇ ਇਸ ਤੋਂ ਬਾਅਦ ਜਿਹੜਾ ਗੁਰੂ ਹੋਵੇਗਾ ਕੇਵਲ ਤੇ ਕੇਵਲ ਇਕੱਲਾ ਸ਼ਬਦ ਹੋਵੇਗਾ, ਕੋਈ ਦੇਹੀ ਗੁਰੂ ਨਹੀਂ ਹੋਊ। ਸਾਰਾ ਸਰਬੰਸ ਪਹਿਲੇ ਹੀ ਕੁਰਬਾਨ ਕਰਤਾ। ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਨੂੰ ਗੁਰਤਾ ਗੱਦੀ ਦਿੱਤੀ, ਤਾਂ ਕਿ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਗੁਰੂ ਨਾ ਬਣ ਕੇ ਬੈਠ ਜੇ। ਇਹ ਨਿਆਰਾਪਣ ਚੱਲਿਆ, ਸਾਰੀ ਦੁਨੀਆ ਦੇ ਨਾਲੋਂ ਵੱਖਰਾਪਣ, ਨਿਆਰਾਪਣ ਚੱਲਿਆ ਗੁਰਤਾ ਗੱਦੀ ਦੇ ਮਾਮਲੇ ਵਿੱਚ। ਤਾਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ, ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਇਹ ਬਚਨ ਕਿਹਾ ਸੀ, ਬਾਬਾ ਬਸੇ ਕੇ ਗ੍ਰਾਮ ਬਕਾਲੇ। ਉਹਦਾ ਕਾਰਨ ਕੀ ਸੀਗਾ ਕਿ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਕੋਲ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜੀਆਂ ਨੂੰ ਲੈ ਕੇ ਆਏ। ਹੁਣ ਸੀ ਤੇ ਸਪੁੱਤਰ ਹਰਗੋਬਿੰਦ ਸਾਹਿਬ ਜੀ ਮਹਾਰਾਜੀਆਂ ਦੇ, ਪਰ ਜਿਹੜੇ ਬਾਕੀ ਸਪੁੱਤਰ ਸੀਗੇ ਉਹਨਾਂ ਦਾ ਸਰਕਾਰੇ ਦੁਆਰੇ ਆਉਣਾ ਜਾਣਾ, ਨਗਰਾਂ ਖੇੜਾਂ ਦੇ ਵਿੱਚ ਸੰਗਤਾਂ ਦੇ ਵਿੱਚ ਵਿਚਰਨਾ, ਤੇ ਉਹਨਾਂ ਦਾ ਸੰਗਤਾਂ ਦੇ ਨਾਲ ਕਾਫੀ ਸਹਿਚਾਰ ਸੀਗਾ। ਆਉਣਾ ਜਾਣਾ ਸੰਗਤਾਂ ਦਾ ਬਣਿਆ ਹੋਇਆ ਸੀ, ਬੋਲ ਚਾਲ ਦੇ ਨਾਲ ਸਭ ਕੁਝ ਉਹਨਾਂ ਦਾ ਸਰਕਾਰੇ ਦੁਆਰੇ ਸੰਗਤਾਂ ਵਿੱਚ ਆਉਣਾ ਜਾਣਾ, ਜਾਣ ਪਹਿਚਾਣ ਚੰਗੀ ਚੋਖੀ ਬਣੀ ਹੋਈ ਸੀ। ਪਰ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਛੋਟੇ ਹੁੰਦਿਆਂ ਨੂੰ ਬਾਹੋਂ ਪਕੜ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਕੋਲ ਲੈ ਕੇ ਆਏ। ਮਹਾਰਾਜ ਜਿਹੜੇ ਇਹ ਬੱਚੇ ਨੇ ਦੂਸਰੇ ਬੱਚੇ ਨੇ,
ਇਹ ਸਭ ਦੇ ਸਭ ਨੇ ਜਿਹੜੇ ਸਰਕਾਰੇ ਦੁਆਰੇ ਇਹਨਾਂ ਦਾ ਆਉਣਾ ਜਾਣਾ, ਸੰਗਤਾਂ ਦੇ ਵਿੱਚ ਵਿਚਰਦੇ ਹਨ, ਸਭ ਕੁਝ ਕਰਦੇ ਨੇ। ਪਰ ਇਹ ਜੋ ਗੁਰੂ ਤੇਗ ਬਹਾਦਰ ਹੈ ਨਾ, ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬੜੇ ਸਤਿਕਾਰ ਦੇ ਨਾਲ ਕਹਿੰਦੇ ਹਾਂ, ਭਾਵੇਂ ਉਸ ਵਕਤ ਗੁਰਤਾ ਗੱਦੀ 'ਤੇ ਨਹੀਂ ਸਨ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਇਹ ਤਾਂ ਸਾਰਾ ਦਿਨ ਉਦਾਸ ਹੀ ਰਹਿੰਦੇ ਨੇ, ਉਦਾਸ ਹੀ ਰਹਿੰਦੇ ਨੇ। ਤੇ ਇਹਨਾਂ ਨੂੰ ਵੀ ਕੋਈ ਨਾ ਕੋਈ ਤੁਸੀਂ ਸਮਰੱਥ ਬਖਸ਼ੋ। ਜਦੋਂ ਇਹ ਵਚਨ ਕਹੇ ਨਾ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਚਪਨ ਤੋਂ ਹੀ ਜ਼ਿਆਦਾ ਉਦਾਸ ਰਹਿੰਦੇ ਸਨ। ਉਦਾਸ ਨਿਰਾਸ਼ ਰਹਿਣਾ, ਭੋਲੇ ਭਾਲੇ ਰਹਿਣਾ। ਇਹ ਸਾਰੇ ਬੱਚਿਆਂ ਦੇ ਵਿੱਚੋਂ ਭੋਲੇ ਭਾਲੇ ਨੇ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿੰਦੇ ਭੋਲੇ ਭਾਲੇ ਮਿਲੇ ਰਘਰਾਇਆ, ਤੇ ਭੋਲੇ ਭਾਲੇ ਤੇ ਖੁਦ ਹੀ ਪਰਮੇਸ਼ਰ ਦਾ ਰੂਪ ਬਣ ਜਾਂਦੇ ਨੇ। ਪਰਮੇਸ਼ਰ ਮਿਲਦਾ ਹੀ ਭੋਲੇਪਣ ਦੇ ਵਿੱਚ ਆ ਗਿਆ। ਚਤਰ ਚਲਾਕੀਆਂ ਦੇ ਨਾਲ ਰੱਬ ਨਹੀਂ ਮਿਲਦਾ, ਜਦ ਵੀ ਮਿਲਦਾ ਤੇ ਭੋਲੇਪਣ ਦੇ ਵਿੱਚ ਮਿਲਦਾ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਉਸ ਵਕਤ ਹੀ ਵਚਨ ਕਰ ਦਿੱਤੇ ਸੀ, ਕਹਿੰਦੇ ਜਿੰਨੇ ਇਹ ਉਦਾਸ ਨੇ, ਨਿਰਾਸ਼ ਨੇ, ਰੱਬ ਮਿਲੇਗਾ ਵੀ ਇਹਨਾਂ ਨੂੰ। ਪਰ ਤੁਸੀਂ ਇੱਕ ਵਚਨ ਮੰਨੋ ਕਿ ਇਹਨਾਂ ਨੂੰ ਨਾਲ ਲੈ ਕੇ ਤੁਸੀਂ ਬਕਾਲੇ ਚਲੇ ਜਾਓ। ਤੇ ਬਕਾਲੇ ਪਿੰਡ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੀ ਸ਼ਾਦੀ ਹੋਈ ਸੀ। ਮਾਤਾ ਨਾਨਕੀ ਇਹਨਾਂ ਦਾ ਪੇਕੇ ਪਿੰਡ ਬਕਾਲਾ ਸੀ। ਉਸ ਵਕਤ ਦਾ ਨਾਮ ਕੱਲਾ ਬਕਾਲਾ ਸੀ। ਮਾਤਾ ਜੀ ਨਾਲ ਲੈ ਕੇ ਬਚਪਨ ਦੇ ਵਿੱਚ ਹੀ ਤੇ ਆਪਣੇ ਪੇਕੇ ਪਿੰਡ ਆ ਗਏ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਨਾਲ ਲੈ ਕੇ ਫਿਰ ਉੱਥੇ ਤਪੱਸਿਆ ਕੀਤੀ, ਭੋਰੇ ਦੇ ਵਿੱਚ ਬੈਠ ਗਏ, ਉਦਾਸ ਨਿਰਾਸ਼। ਕੋਈ ਥੋੜਾ ਟਾਈਮ ਨਹੀਂ, 26 ਸਾਲ 9 ਮਹੀਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਭੋਰੇ ਦੇ ਵਿੱਚ ਤਪੱਸਿਆ ਕਰਦੇ ਰਹੇ। ਬਹੁਤ ਲੰਮਾ ਸਮਾਂ ਬੈਠੇ। ਇੰਨਾ ਸਮਾਂ ਤਪੱਸਿਆ ਕਰਨ ਤੋਂ ਬਾਅਦ ਉਸ ਵਕਤ ਉੱਥੇ ਤਪੱਸਿਆ ਕਰ ਰਹੇ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜੀਆਂ ਦਾ ਕੀਤਾ ਹੋਇਆ ਵਚਨ ਕਿ ਰੱਬ ਇਹਨਾਂ ਨੂੰ ਹੀ ਮਿਲੇਗਾ, ਇਹੀ ਖੁਦ ਰੱਬ ਬਣਨਗੇ। ਐਸਾ ਕੀਤਾ ਹੋਇਆ ਵਚਨ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜੀਆਂ ਨੇ ਪਗਾਇਆ ਅਤੇ ਨਾਲ ਇੰਨਾ ਲੰਮਾ ਸਮਾਂ ਮਾਤਾ ਨਾਨਕੀ ਜੀਆਂ ਨੇ ਉਹਨਾਂ ਦੀ ਰੱਖਿਆ ਕਰਨੀ। ਤਾਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀਆਂ ਨੇ ਕਿਹਾ ਸੀ ਬਾਬਾ ਬਸੇ ਕੇ ਗ੍ਰਾਮ ਬਕਾਲਾ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਬਚਨ ਸਦਕਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੂੰ ਗੁਰਤਾ ਗੱਦੀ ਮਿਲੀ ਸੀ। ਨਿਆਰਾਪਨ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਇਹ ਸਾਰੀ ਦੀ ਸਾਰੀ ਵਾਰਤਾ ਜਿਵੇਂ ਜਿਵੇਂ ਪੜ੍ਹਦਾ ਜਾਵੇਗਾ, ਜਿਵੇਂ ਜਿਵੇਂ ਇਹਨੂੰ ਵਿਚਾਰਦਾ ਤੁਰਿਆ ਜਾਵੇਗਾ, ਦੁਨੀਆ ਦੇ ਨਾਲੋਂ ਨਿਆਰਾ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਐਲਾਨੀਆਂ ਕਹਿੰਦੇ ਹਨ ਕਿ ਨਿਆਰਾ ਲੱਖਾਂ ਬੰਦਿਆਂ ਦੇ ਵਿੱਚ ਵੀ ਇਕੱਲਾ ਖੜਾ ਹੋਇਆ ਮੇਰਾ ਸਿੱਖ, ਮੇਰਾ ਸਿੰਘ ਨਿਆਰਾ ਦਿਸੇਗਾ। ਨਿਆਰਾ ਸਾਰਿਆਂ ਦੇ ਨਾਲੋਂ ਨਿਆਰਾਪਨ, ਵਖਰੇਵਾਪਨ, ਸ੍ਰੇਸ਼ਟ ਕਰਮ ਕਰਨੇ। ਤੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਤੈਨੂੰ ਤੇਰੇ ਇਸ ਥਾਲੀ ਦੇ ਵਿੱਚ ਪਰੋਸ ਕੇ ਰੱਖੀਆਂ ਨੇ 3 ਵਸਤੂਆਂ। ਇੱਕ ਸਤ ਦੀ ਹੈ, ਇੱਕ ਸੰਤੋਖ ਦੀ ਹੈ, ਇੱਕ ਹੈ ਵਿਚਾਰ ਦੀ। ਹੁਣ ਮਰਜ਼ੀ ਤੇਰੇ ਤੇ ਖੜੀ ਹੈ ਕਿ ਇਹਨਾਂ ਵਸਤੂਆਂ ਦੇ ਵਿੱਚੋਂ ਤੂੰ ਕਿਹੜੀ ਵਸਤੂ ਜਿਹੜੀ ਹੈ ਉਹ ਚੱਖਣੀ ਚਾਹੁੰਦਾ ਹੈ। ਜੇ ਤੇ ਵਿਚਾਰਧਾਰਾ ਦੇ ਚੱਕੇਗਾ ਤੇ ਸਾਰੀ ਦੁਨੀਆ ਦੇ ਨਾਲੋਂ ਵਿਚਾਰਧਾਰਾ ਗੁਰੂ ਨਾਨਕ ਮਹਾਰਾਜ ਤੋਂ ਲੈ ਕੇ ਵੱਖਰੀ ਸੀ। ਤੋ ਜਿੱਥੇ ਸਾਰੀ ਦੁਨੀਆ ਇੱਕ ਪਾਸੇ ਜਾ ਰਹੀ ਹੈ ਤਾਂ ਕੋਈ ਜ਼ਰੂਰੀ ਨਹੀਂ ਹੈ ਕਿ ਸਾਰੀ ਦੁਨੀਆ ਸਹੀ ਹੈ, ਉਹਦੇ ਨਾਲੋਂ ਆਪਣੀ ਵਿਚਾਰਧਾਰਾ ਅਲੱਗ ਵੀ ਹੋ ਸਕਦੀ ਹੈ।
ਤੇ ਜੇ ਨਿਆਰਾ ਹੋਣਾ ਤੇ ਨਿਆਰਾ ਤੇ ਫਿਰ ਤੈਨੂੰ ਹੋਣਾ ਹੀ ਪੈਣਾ ਇਸ ਦੇ ਵਿੱਚ। ਜੇ ਤੂੰ ਚਾਹੁੰਦਾ ਹੈ ਕਿ ਮੈਂ ਵਿਚਾਰਧਾਰਾ ਦੇ ਮੁਤਾਬਕ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਵਿਚਾਰਧਾਰਾ ਹੈ ਉਸ ਦੇ ਮੁਤਾਬਕ ਆਪਣੀ ਜ਼ਿੰਦਗੀ ਜਿਉਣੀ ਚਾਹੁੰਦਾ ਹੈ ਤਾਂ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਜਿੱਧਰ ਸਾਰੀ ਦੀ ਸਾਰੀ ਦੁਨੀਆ ਜਾ ਰਹੀ ਹੈ ਇਹਦੇ ਵਿੱਚੋਂ ਨਿਆਰਾ ਹੋ ਜਾ, ਇਹਦੇ ਵਿੱਚੋਂ ਤੂੰ ਨਿਆਰਾਪਣ ਰੱਖ, ਜਾਂ ਤੂੰ ਇਸ ਥਾਲ ਦੇ ਵਿੱਚੋਂ ਸੱਤ ਨੂੰ ਲੈ ਲੈ ਜਾਂ ਸੰਤੋਖ ਨੂੰ ਲੈ ਲੈ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੋਗੀਆਂ ਨੇ ਵੱਡੇ ਵੱਡੇ ਮੁੰਦਰਾਂ ਪਾਈਆਂ ਹੋਈਆਂ ਸੀ ਕੰਨਾਂ ਦੇ ਵਿੱਚ। ਜੋਗੀਆਂ ਨੇ ਜਪਜੀ ਸਾਹਿਬ ਦਾ ਪਾਠ ਆਪਾਂ ਪੜ੍ਹਦੇ ਸੁਣਦੇ ਹਾਂ, ਜਿਸ ਦੇ ਵਿੱਚ ਗੁਰੂ ਨਾਨਕ ਮਹਾਰਾਜ ਕਹਿੰਦੇ ਜੋਗੀਆਂ ਨੂੰ ਉਪਦੇਸ਼ ਕਰਦੇ ਨੇ, ਜੇ ਤੁਸੀਂ ਮੁੰਦਰ ਪਾਉਣੀ ਹੈ ਤਾਂ ਇਕੱਲੇ ਕੰਨ ਦੇ ਵਿੱਚ ਨਾ ਪਾਓ, ਆਪਣੇ ਸਾਰੇ ਤਣ ਤੇ ਪਾਓ। ਮੁੰਦਾ ਸੰਤੋਖ ਜੇ ਪਾਉਣੀ ਹੈ ਤੇ ਸਾਰੇ ਤਣ ਤੇ ਮੁੰਦਰ ਪਾਓ, ਇੱਕ ਸੰਤੋਖ ਦੀ, ਸਬਰ ਦੀ। ਅੱਜ ਵੀ ਗੁਰੂ ਨਾਨਕ ਦਾ ਉਪਦੇਸ਼ ਹੈ ਸਾਡੇ ਵਾਸਤੇ। ਐ ਬੰਦਿਆ, ਸਬਰ ਰੱਖ, ਸੰਤੋਖ ਰੱਖ। ਜਿਹੜੇ ਰੱਬ ਨੇ ਮਾਂ ਦੇ ਉਦਰ ਦੇ ਵਿੱਚ ਤੇਰੀ ਰਾਖੀ ਕੀਤੀ, ਜਿਹੜਾ ਪਰਮਾਤਮਾ ਤੈਨੂੰ ਅੱਜ ਐਡਾ ਵੱਡਾ ਕਰ ਲੈ ਕੇ ਆਇਆ ਹੈ, ਉਹ ਪਰਮਾਤਮਾ ਤੈਨੂੰ ਅਗਾਹਾਂ ਵਾਸਤੇ ਵੀ ਸਾਂਭ ਲਊਗਾ। ਬਸ ਤੂੰ ਸਬਰ ਕਰਿਆ ਕਰ, ਸੰਤੋਖ ਕਰਿਆ ਕਰ, ਸਬਰ ਕਰ, ਸੰਤੋਖ ਕਰ। ਗੁਰੂ ਨਾਨਕ ਮਹਾਰਾਜ ਕਹਿੰਦੇ ਆਪਣੇ ਸਾਰੇ ਤਣ ਤੇ ਮੁੰਦਰ ਪਾਓ, ਪਰ ਪਾਓ ਸੰਤੋਖ ਦੀ। ਇਹਨੂੰ ਸੰਤੋਖੀ ਬਣਾ ਕੇ ਰੱਖੋ। ਐਵੇਂ ਨਾ ਪਦਾਰਥਾਂ ਨੂੰ ਦੇਖ ਕੇ ਡੁੱਲਦਾ ਫਿਰੇ ਕਦੇ, ਕਿਤੇ ਵਾਰੀ ਵਾਰੀ ਪਦਾਰਥ ਹੀ ਛਕੀ ਜਾਵੇ, ਵਾਰੀ ਵਾਰੀ ਪਦਾਰਥ ਹੀ ਛਕੀ ਜਾਵੇ। ਇਹਨਾਂ ਪਦਾਰਥਾਂ ਦਾ ਕੀ ਹੈ? ਪਦਾਰਥ ਤੇ ਪਦਾਰਥਵਾਦੀ ਯੁੱਗ ਹੈ, ਦਿਨੋਂ ਦਿਨ ਵੱਧਦੇ ਤੁਰੇ ਜਾ ਰਹੇ ਨੇ। ਮਹਾਰਾਜ ਜੀ ਕਹਿੰਦੇ ਸੰਤੋਖ ਦੀ ਮੁੰਦਰ ਪਾਓ ਸਾਰੇ ਤਣ ਤੇ, ਇਹਨੂੰ ਸੰਤੋਖੀ ਬਣਾਓ, ਇਹਨੂੰ ਮਾੜਾ ਮੋਟਾ ਤਣ ਨੂੰ। ਜੇ ਮੁੰਦਰ ਪਾਉਣੀ ਹੈ, ਜੋਗੀਆਂ ਨੂੰ ਉਪਦੇਸ਼ ਗੁਰੂ ਨਾਨਕ ਮਹਾਰਾਜ ਦਾ, ਅੱਜ ਸਾਨੂੰ ਵੀ ਉਪਦੇਸ਼ ਹੈ ਮਹਾਰਾਜ ਜੀਆਂ ਦਾ। ਜਪਜੀ ਸਾਹਿਬ ਦੇ ਵਿੱਚ ਅਸੀਂ ਮਹਾਰਾਜ ਦੇ ਉਪਦੇਸ਼ ਹੀ ਸੁਣਦੇ ਹਾਂ, ਅਕਾਲ ਪੁਰਖ ਦੇ ਸੰਦੇਸ਼, ਅਕਾਲ ਪੁਰਖ ਦਾ ਹੁਕਮ ਹੀ ਸੁਣਦੇ ਹਾਂ। ਤੇ ਗੁਰੂ ਨਾਨਕ ਫਿਰ ਅੰਮ੍ਰਿਤ ਵੇਲੇ ਹੀ ਗੁਰਸਿੱਖਾਂ ਨੂੰ ਹਦਾਇਤ ਕਰਦੇ ਨੇ, ਜਿਹੜੇ ਜਾਗਦੇ ਬੈਠੇ ਹੁੰਦੇ ਨੇ। ਉਂਝ ਨਹੀਂ, ਸੁਰਤ ਕਰਕੇ ਜਾਗਦੇ ਬੈਠੇ ਹੁੰਦੇ ਨੇ ਜਿਹੜੇ, ਉਹਨਾਂ ਨੂੰ ਉਪਦੇਸ਼ ਕਰਦੇ ਨੇ ਮਹਾਰਾਜ। ਗੁਰਮੁਖਾ, ਅੰਮ੍ਰਿਤ ਵੇਲਾ ਹੋਇਆ, ਅਕਾਲ ਪੁਰਖ ਤੈਨੂੰ ਖੁਦ ਕਹਿ ਰਹੇ ਨੇ ਕਿ ਹੁਣ ਅੰਮ੍ਰਿਤ ਵੇਲੇ ਹੀ ਸੰਤੋਖ ਦੀ ਮੁੰਦਰ ਪਾ ਲਾ ਇਸ ਤਣ ਤੇ। ਸਾਰਾ ਦਿਨ ਓਨੇ ਹੀ ਪਦਾਰਥ ਛਕੀ ਜਿੰਨੇ ਤਣ ਨੂੰ ਲੋੜ ਹੈ, ਬਹੁਤੇ ਨਾ ਛਕੀ। ਸਾਰੇ ਦਿਨ ਦਾ ਉਪਦੇਸ਼ ਵਾਰੀ ਵਾਰੀ ਗੁਰੂ ਨਾਨਕ ਮਹਾਰਾਜ ਨੇ ਕਿਉਂ ਕਿਹਾ ਜਪਜੀ ਸਾਹਿਬ ਪੜ੍ਹਨ ਵਾਸਤੇ? ਤਾਂ ਕਿ ਮਨੁੱਖ ਨੂੰ ਕੁਝ ਨਾ ਕੁਝ ਸੋਝੀ ਇਸ ਦੇ ਵਿੱਚੋਂ ਮਿਲਦੀ ਰਹੇ, ਲਗਾਤਾਰ ਮਿਲਦੀ ਰਹੇ। ਥਾਲ ਵਿੱਚ ਤਿੰਨ ਵਸਤੂ ਪਈਓ, ਰੱਬ ਦੇ ਘਰ ਦੇ ਵਿੱਚ ਆਏ, ਤਿੰਨ ਵਸਤੂਆਂ ਪਰਮਾਤਮਾ ਨੇ ਤੈਨੂੰ ਥਾਲ ਦੇ ਵਿੱਚ ਰੱਖ ਕੇ ਤੇਰੇ ਸਾਹਮਣੇ ਰੱਖੀਆਂ ਨੇ। ਰੱਬ ਕੀ ਹੈ? ਜਦੋਂ ਕੋਈ ਭੁੱਖਾ ਮਨੁੱਖ ਸਾਡੇ ਆ ਕੇ ਹੱਥ ਅੜਦਾ ਹੈ ਤੇ ਜਦੋਂ ਅਸੀਂ ਉਹਨੂੰ ਭੋਜਨ ਛਕਾ ਦਿੰਦੇ ਹਾਂ, ਉਹ ਤ੍ਰਿਪਤ ਹੋ ਜਾਂਦਾ। ਆਪਣੀ ਜ਼ਬਾਨ ਦੇ ਵਿੱਚੋਂ ਚਾਹੇ ਕੁਛ ਬੋਲੇ ਚਾਹੇ ਨਾ ਬੋਲੇ, ਪਰ ਉਹਦੀਆਂ ਆਂਦਰਾਂ ਬਹੁਤ ਅਸੀਸਾਂ ਦੇ ਜਾਂਦੀਆਂ ਨੇ। ਉਹਦੇ ਭਾਜੀ ਰੱਬ ਉਹੀ ਹੈ ਜਿਹਨੇ ਉਹਨੂੰ ਭੋਜਨ ਛਕਾਇਆ। ਰੱਬ ਕੀ ਕਰਦਾ ਹੈ? ਰੱਬ ਪਾਲਣ ਪੋਸ਼ਣਾ ਮਨੁੱਖ ਦੀ ਕਰਦਾ ਹੈ, ਭੋਜਨ ਦਿੰਦਾ ਹੈ, ਬਸਤਰ ਦਿੰਦਾ ਹੈ, ਧਰਤੀ ਆਕਾਸ਼ ਦਿੱਤੇ ਨੇ, ਇਹ ਸਭ ਕੁਛ ਰੱਬ ਦਿੰਦਾ ਹੈ। ਤੇ ਮਨੁੱਖਤਾ ਦੀ ਸ਼੍ਰੇਣੀ ਦੇ ਵਿੱਚ ਹੀ ਰੱਬ ਹੈ ਜਿਹੜਾ ਪਰਮਾਤਮਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਵਿਚਰਦਾ। 72 ਵਾਰ ਦਰਸ਼ਨ ਕੀਤੇ ਨੇ ਭਗਤ ਨਾਮਦੇਵ ਜੀਆਂ ਨੇ ਪਰਮਾਤਮਾ ਦੇ। ਗਜਬ ਦੀ ਗੱਲ,
ਕੁੱਤੇ ਦੇ ਰੂਪ ਦੇ ਵਿੱਚ ਜਦੋਂ ਪਰਮਾਤਮਾ ਆਏ ਤੇ ਛਾਬੇ ਦੇ ਵਿੱਚੋਂ ਚੁੱਕ ਕੇ ਰੋਟੀ ਭੱਜ ਲਿਆ ਕੁੱਤਾ। ਦੇਖੋ ਭਗਤਾਂ ਦੀ ਸ਼੍ਰੇਣੀ ਦੁਨੀਆ ਨਾਲੋਂ ਕਿਵੇਂ ਵੱਖਰੇ ਰਹਿੰਦੇ ਨੇ ਰੱਬ ਦੇ ਪਿਆਰੇ। ਘਿਓ ਦਾ ਗੜਵਾ ਲੈ ਕੇ ਨਾਮਦੇਵ ਜੀ ਮਗਰ ਭੱਜੇ ਜਾ ਰਹੇ ਨੇ। ਮਗਰ ਭੱਜੇ ਜਾਂਦਿਆਂ ਦੀ ਜ਼ਬਾਨ ਦੇ ਵਿੱਚੋਂ ਇੱਕੋ ਆਵਾਜ਼ ਨਿਕਲ ਰਹੀ ਹੈ, ਐ ਮੇਰੇ ਪਰਮਾਤਮਾ, ਐ ਮੇਰੇ ਖੁਦਾ, ਐ ਮੇਰੇ ਅੱਲਾਹ ਤਾਲਾ। ਕਹਿੰਦੇ ਤੂੰ ਤੇ ਬਾਹਲੀ ਜਲਦੀ 'ਚ ਰੋਟੀ ਚੁੱਕ ਕੇ ਭੱਜ ਲਿਆ, ਇਹ ਰੋਟੀ ਹਜੇ ਮੈਂ ਚੋਪੜੀ ਨਹੀਂ ਸੀ, ਆ ਘਿਓ ਲੈ ਜਾ, ਰੋਟੀ ਨੂੰ ਚੋਪੜ ਕੇ ਖਾ ਲਈ। ਨਾਮਦੇਵ ਜੀ ਦੇਖੋ ਰੱਬ ਦੇ ਪਿਆਰਿਆਂ ਦਾ ਨਿਆਰਾਪਨ। ਜਿਹਨੂੰ ਰੱਬ ਦੀ ਪਰਖ ਆ ਜੇ, ਜਿਹੜਾ ਰੱਬ ਨੂੰ ਸਮਝ ਲਵੇ ਵੀ ਹਾਂ ਰੱਬ ਮੇਰੇ ਕੋਲ ਹੈ, ਇਸ ਵਕਤ ਰੱਬ ਮੇਰੇ ਕੋਲ ਹੈ। ਨਿਆਰਾਪਨ ਰੱਬ ਦੇ ਭਗਤਾਂ ਦਾ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਅੰਮ੍ਰਿਤ ਵੇਲੇ ਦਾ ਸੰਦੇਸ਼ ਹੈ ਗੁਰੂ ਨਾਨਕ ਮਹਾਰਾਜ ਦਾ। ਕਹਿੰਦੇ ਸੰਤੋਖ ਦੀ ਮੰਦਰ ਪਾਲਾ ਹੁਣੇ ਹੀ ਅੰਮ੍ਰਿਤ ਵੇਲੇ, ਸਾਰਾ ਦਿਨ ਉਹ ਸੰਤੋਖੀ ਬਣਾ ਕੇ ਰੱਖੀ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਇੱਕ ਵਿਚਾਰ ਦੀ, ਇੱਕ ਸੰਤੋਖ ਦੀ, ਇੱਕ ਸਤ ਦੀ। ਆ ਤਿੰਨ ਵਸਤੂਆਂ ਥਾਲੀ ਦੇ ਵਿੱਚ ਪਰਮਾਤਮਾ ਨੇ ਤਿਆਰ ਕਰਕੇ ਸਾਡੇ ਵਾਸਤੇ ਰੱਖੀਆਂ ਹੋਈਆਂ ਨੇ। ਤਿੰਨ ਵਸਤੂਆਂ ਕਿ ਲੈ ਗੁਰਮੁਖਾ, ਇਹ ਤਿੰਨ ਵਸਤੂਆਂ ਤੇਰੇ ਵਾਸਤੇ ਨੇ। ਜਦੋਂ ਭੋਜਨ ਅਸੀਂ ਛਕਦੇ ਹਾਂ ਥਾਲੀ ਦੇ ਵਿੱਚ, ਜਿੰਨੀਆਂ ਅਸੀਂ, ਤੇ ਸਭ ਤੋਂ ਵੱਡੀ ਗੱਲ ਤੇ ਇਹੀ ਹੁੰਦੀ ਹੈ ਨਾ ਵੀ ਜਿੰਨੇ ਅਸੀਂ ਕੁਛ ਵੀ ਕਰਦੇ ਹਾਂ ਵੀ ਹੱਥ ਨੇ ਸਾਨੂੰ ਥਾਲੀ ਦੇ ਵਿੱਚ ਰੋਟੀ ਮਿਲ ਜੇ, ਹੋਰ ਤੇ ਕੋਈ ਇਸ ਤੋਂ ਵੱਡੀ ਗੱਲ ਹੈ ਨਹੀਂ। ਥਾਲੀ ਦੇ ਵਿੱਚ ਰੋਟੀ ਮਿਲ ਜੇ ਦੋ ਡੰਗ ਦੀ, ਹੋਰ ਮਨੁੱਖ ਨੂੰ ਕੀ ਚਾਹੀਦਾ। ਤਾਂ ਉਹੀ ਥਾਲੀ ਦੇ ਵਿੱਚ ਪਰਮਾਤਮਾ ਨੇ ਪਰੋਸ ਕੇ ਰੱਖੀਆਂ ਹੋਈਆਂ ਨੇ ਸਤ, ਸੰਤੋਖ ਅਤੇ ਵਿਚਾਰ। ਤਿੰਨ ਵਸਤੂਆਂ ਕਿ ਤਿੰਨ ਵਸਤੂਆਂ ਤੇਰੇ ਵਾਸਤੇ ਤਿਆਰ ਕਰਕੇ ਰੱਖੀਆਂ ਹੋਈਆਂ ਨੇ। ਤਿੰਨ ਵਸਤੂਆਂ। ਬਹੁਤੇ ਹੁੰਦੇ ਨੇ ਜਿਹੜੇ ਥਾਲੀ ਦੇ ਵਿੱਚੋਂ ਕੋਈ ਨਾ ਕੋਈ ਮਾੜਾ ਮੋਟਾ ਪੁੰਨ ਦਾਨ ਭਜਨ ਕਰਦੇ ਨੇ ਨਾ, ਜਦੋਂ ਕੋਈ ਪਦਾਰਥ ਪਾਉਂਦੇ ਨੇ ਫਿਰ ਹੰਕਾਰੀ ਹੋ ਜਾਂਦੇ ਨੇ। ਆਮ ਘਰਾਂ ਦੇ ਵਿੱਚ ਕੋਈ ਆਉਂਦੇ ਨੇ ਭੋਜਨ ਛਕਣ ਵਾਸਤੇ, ਕੋਈ ਭੇਜਣ ਲੈਣ ਵਾਸਤੇ। ਧੰਨ ਸੰਤ ਮਹਾਰਾਜ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ, ਸੰਤ ਮਹਾਰਾਜ ਜੀਆਂ ਦਾ ਨਗਰ ਬਾਲੇਵਾਲ ਭੋਗੀਵਾਲ ਦੇ ਵਿੱਚ ਸਥਾਨ ਹੈ, ਗੁਰਦੁਆਰਾ ਕੋਠੀ ਸਾਹਿਬ। 18 ਢੋਲਕੀਆਂ ਦੇ ਨਾਲ ਸੰਤ ਮਹਾਰਾਜ ਜੀਆਂ ਨੇ ਕੀਰਤਨ ਕੀਤਾ ਸੀ। ਬੜੇ ਵਚਨ ਕੀਤੇ ਸੀ, ਹਜੇ ਤੱਕ ਵੀ ਅਟਲ ਨੇ। ਉੱਥੇ ਸੰਤ ਬੇਸਣ ਸਿੰਘ ਜੀ ਕਾਂਝਲੇ ਵਾਲੇ ਮਹਾਂਪੁਰਖ ਰਹਿੰਦੇ ਸਨ ਤੇ ਉਹਨਾਂ ਦਾ ਸੇਵਾਦਾਰ ਸੀ ਡਾਲੀ ਵਾਲਾ। ਨਗਰ ਦੇ ਵਿੱਚ ਗਿਆ ਮਧੂਕਰੀ ਕਰਨ ਵਾਸਤੇ, ਡਾਲੀ ਕਰਨ ਵਾਸਤੇ। ਸ਼ਾਹੂਕਾਰ ਨੇ ਬਾਹੋਂ ਪਕੜ ਲਿਆ, ਕਹਿੰਦੇ ਕਿਉਂ ਮੰਗਤਾ ਬਣਿਆ ਫਿਰਦਾ ਹੈ? ਜਾ, ਕਹਿੰਦਾ ਤੇਰੇ ਸੰਤ ਨੂੰ ਜਾ ਕੇ ਕਹਿ ਦੇ ਅੱਜ ਤੋਂ ਬਾਅਦ ਤੂੰ ਡਾਲੀ ਨਹੀਂ ਕਰੇਗਾ। ਉਹਦਾ ਜਿਹੜੇ ਉਹਦੇ ਕੋਲੇ ਭਾਂਡੇ ਸੀਗੇ ਉਹ ਵੀ ਫੜ ਕੇ ਘਰ ਦੇ ਵਿੱਚ ਰੱਖ ਲਏ। ਡਾਲੀ ਵਾਲਾ ਰੋਂਦਾ ਰੋਂਦਾ ਅਸਥਾਨ ਤੇ ਆ ਗਿਆ ਕੋਠੀ ਸਾਹਿਬ। ਸਤਿਗੁਰਾਂ ਨੇ ਮਹਾਨ ਕਿਰਪਾ ਕੀਤੀ ਹੈ, ਦਾਸ ਨੂੰ ਵੀ ਲੰਮਾ ਸਮਾਂ ਉਸ ਸਥਾਨ ਦੀ ਸੇਵਾ ਸਤਿਗੁਰਾਂ ਨੇ ਦਿੱਤੀ। ਮਹਾਂਪੁਰਖਾਂ ਦੇ ਕੋਲ ਮੈਂ ਰਹਿੰਦਾ ਰਿਹਾ ਉੱਥੇ। ਸੰਤ ਬੇਸਣ ਸਿੰਘ ਜੀ ਮਹਾਰਾਜ ਕਹਿਣ ਲੱਗੇ, ਕਹਿੰਦੇ ਕੀ ਗੱਲ ਭਾਈ ਰੋਂਦਾ ਕਿਉਂ ਹੈ? ਕਹਿੰਦੇ ਮਹਾਰਾਜ ਫਲਾਨੇ ਸ਼ਾਹੂਕਾਰ ਨੇ ਮੇਰੇ ਭਾਂਡੇ ਫੜ ਕੇ ਰੱਖ ਲਏ, ਕਹਿੰਦਾ ਤੂੰ ਡਾਲੀ ਨਹੀਂ ਕਰਨੀ। ਕਹਿੰਦੇ ਉਹਨੇ ਭਾਂਡੇ ਫੜ ਕੇ ਰੱਖ ਲਏ, ਤੂੰ ਰੋਣਾ ਕਿਉਂ ਹੈ? ਕਹਿੰਦੇ ਮਹਾਰਾਜ ਉਹਨੇ ਮੇਰੇ 2-4 ਥੱਪੜ ਵੀ ਮਾਰੇ ਨੇ। ਸੰਤ ਬੇਸਣ ਸਿੰਘ ਜੀ ਕਾਂਝਲੇ ਵਾਲੇ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਗੁਰਮੁਖਾ, ਕਹਿੰਦੇ ਹੁਣ ਤੋਂ ਚੁੱਪ ਕਰ ਜਾ। ਜੇ ਉਹਨੇ ਥੱਪੜ ਮਾਰ ਕੇ ਤੈਨੂੰ ਰਵਾਇਆ ਨਾ, ਉਹਨਾਂ ਦੀਆਂ ਕੁਲਾਂ ਹੀ ਰੋਂਦੀਆਂ ਫਿਰਨਗੀਆਂ। ਬਸ ਫਿਰ ਬਚਨ ਕਰਨ ਦੀ ਦੇਰ ਸੀ, ਬਚਨ ਕਰਨ ਦੀ ਦੇਰ ਸੀ। ਅੱਜ ਉਹਨਾਂ ਦੇ ਕੁਲ ਦੇ ਜਿਹੜੇ ਬੰਦੇ ਨੇ ਹੈਗੇ ਨੇ, ਹਜੇ ਹੈਗੇ ਨੇ, ਉਹ ਅਮੀਰ ਵੀ ਬੜੇ ਨੇ, ਧਨ ਜਿਹੜਾ ਹੈ ਉਹਨਾਂ ਕੋਲ ਚੰਗਾ ਚੋਖਾ ਹੈਗਾ, ਪਰ ਗਜਬ ਦੀ ਗੱਲ ਹੈ ਕਿ ਉਹਨਾਂ ਨੂੰ ਕਿਤੇ ਟਿਕਣਾ ਨਹੀਂ ਮਿਲਦਾ। ਜਿਹੜੀ ਜਗ੍ਹਾ ਤੇ ਉਹਨਾਂ ਨੇ ਜਗ੍ਹਾ ਲੈ ਲਈ, ਚੰਗਾ ਕੋਠੀ ਮਕਾਨ ਖਰੀਦ ਲਿਆ ਨਾ, 1 ਸਾਲ ਉਹਦੇ ਵਿੱਚ ਰਹਿਣਗੇ, ਸਾਲ ਤੋਂ ਬਾਅਦ ਉਹ ਘਰ ਮਕਾਨ ਬਦਲਣਾ ਪੈਂਦਾ।
ਕੋਈ ਨਾ ਕੋਈ ਕਾਰਨ ਬਣ ਜਾਂਦਾ। ਹਜੇ ਤੱਕ ਉਹਨਾਂ ਦੀਆਂ ਕੁਲਾਂ ਐਵੇਂ ਭਟਕਦੀਆਂ ਫਿਰਦੀਆਂ ਨੇ। ਉੱਥੇ ਜ਼ਮੀਨ ਜਾਇਦਾਦ ਵੀ ਪਈ ਆ ਉਹਨਾਂ ਦੀ, ਪਰ ਰਹਿੰਦੇ ਸਾਰੇ ਨਗਰ ਤੋਂ ਬਾਅਦ ਹੀ ਨੇ। ਹਜੇ ਤੱਕ ਉਹ ਸੰਤ ਬਿਸ਼ਨ ਸਿੰਘ ਜੀ ਮਹਾਂਪੁਰਖਾਂ ਦਾ ਕੀਤਾ ਹੋਇਆ ਵਚਨ ਹਜੇ ਤੱਕ ਉਹਨਾਂ ਦੀਆਂ ਕੁਲਾਂ ਰੋਂਦੀਆਂ ਫਿਰਦੀਆਂ, ਕੁਲਾਂ ਹੀ ਰੋਂਦੀਆਂ ਫਿਰਦੀਆਂ ਨੇ। ਤਾਂ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਦੇਖੀ ਕਿਸੇ ਨੂੰ ਪਦਾਰਥ ਦੇ ਕੇ ਹੰਕਾਰੀ ਨਾ ਬਣ ਕੇ ਬੈਠ ਜੀ, ਵਰਨਾ ਤੇਰੀ ਮੱਤ ਮਾਰੀ ਜਾਣੀ ਹੈ। ਕਿਸੇ ਨੂੰ ਪਦਾਰਥ ਦੇ ਕੇ, ਇਸ ਘਰ ਦੇ ਵਿੱਚ 3 ਪਦਾਰਥ ਪਰਮਾਤਮਾ ਨੇ ਥਾਲੀ ਵਿੱਚ ਰੱਖੇ ਨੇ ਸਾਡੇ ਵਾਸਤੇ। ਇੱਕ ਸਤ ਦਾ, ਇੱਕ ਸੰਤੋਖ ਦਾ, ਇੱਕ ਵਿਚਾਰ ਦਾ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਜਦੋਂ ਵੀ ਤੇਰਾ ਮਨ ਕਰਦਾ ਹੈ, ਇਸ ਘਰ ਦੇ ਵਿੱਚੋਂ ਅਕਾਲ ਪੁਰਖ ਮਹਾਰਾਜ ਜੀ ਕਹਿੰਦੇ ਤੂੰ 3 ਪਦਾਰਥ ਥਾਲੀ ਦੇ ਵਿੱਚੋਂ ਚੁੱਕ ਕੇ ਲੈ ਜਾ, ਤੇਰੇ ਵਾਸਤੇ ਥਾਲੀ ਪਰੋਸ ਕੇ ਰੱਖੀ ਹੈ। ਇਹ ਵਸਤੂਆਂ ਤੇਰੇ ਵਾਸਤੇ ਥਾਲੀ ਦੇ ਵਿੱਚ ਸਜਾ ਕੇ ਰੱਖੀਆਂ ਨੇ ਕਿ ਤੂੰ ਆਵੇਂ ਇਹਨਾਂ 3 ਵਸਤੂਆਂ ਨੂੰ ਸਾਡੇ ਕੋਲੋਂ ਥਾਲੀ ਦੇ ਵਿੱਚੋਂ ਲੈ ਜਾਵੇ ਤੇ ਸਦਾ ਵਾਸਤੇ ਤੇਰੀ ਜਿਹੜੀ ਹੈ ਜ਼ਿੰਦਗੀ ਦੀ ਤ੍ਰਿਪਤੀ ਹੋ ਜਾਵੇ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਜੇ ਤੂੰ ਸਤ ਲਵੇਂਗਾ ਤੇ ਆਪਣਾ ਸਤ ਵਚਨ ਦਾ ਅਧਿਕਾਰੀ ਹੋ ਜਾਵੇਂਗਾ। ਸਤ ਅਤੇ ਸਤਾ ਦੀ ਬਣੀ ਨਹੀਂ ਹੈ, ਇਹ ਆਪਸ ਵਿੱਚ ਟਕਰਾਉਂਦੇ ਨੇ। ਤੂੰ ਅੰਦਰੋਂ ਕਾਮਯਾਬ ਹੋ ਜਾਏ, ਬਾਹਰੋਂ ਜ਼ਿੰਦਗੀ ਦਾ ਕੋਈ ਫਾਇਦਾ। ਸੰਤੋਖ ਰੱਖ। ਗੁਰੂ ਨਾਨਕ ਮਹਾਰਾਜ ਨੇ ਬੜਾ ਜ਼ੋਰ ਦਿੱਤਾ ਕਿ ਸੰਤੋਖੀ ਬਣ, ਤੇ ਵਿਚਾਰਧਾਰਾ ਜਿਹੋ ਜਿਹੀ ਗੁਰਬਾਣੀ ਦੀ ਵਿਚਾਰਧਾਰਾ ਉਸ ਦੇ ਮੁਤਾਬਕ ਆਪਣੀ ਜ਼ਿੰਦਗੀ ਹੈ ਜਿਹੜੀ ਉਹ ਤੋਂ ਬਤੀਤ ਕਰਨੀ ਸਿੱਖ। ਆਪਣੀ ਵਿਚਾਰਧਾਰਾ ਜੇ ਬਦਲੇਗਾ, ਗੁਰਬਾਣੀ ਦੇ ਮੁਤਾਬਕ ਬਦਲਿਆ ਜਾਣਾ ਹੈ, ਤੇ ਫਿਰ ਇੰਜ ਬਦਲਿਆ ਜਾਣਾ ਜਿਵੇਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਗੁਰਤਾ ਗੱਦੀ ਬਦਲਦੀ ਰਹੀ। ਨਿਆਰਾਪਣ, ਤੇਰੀ ਨਿਆਰੀ ਵਿਚਾਰ ਹੋ ਜਾਣੀ ਹੈ, ਨਿਆਰੇ ਤੇਰੇ ਸ਼ਬਦ ਹੋ ਜਾਣੇ ਨੇ, ਸੋਭਨੀਕ ਤੇਰੇ ਸ਼ਬਦ ਹੋ ਜਾਣੇ ਨੇ। ਇਹਨਾਂ ਸ਼ਬਦਾਂ ਦੇ ਵਿੱਚੋਂ ਸੁਗੰਧੀ ਆਉਣੀ ਸ਼ੁਰੂ ਹੋ ਜਾਣੀ ਹੈ। ਜੇ ਤੇਰੇ ਕੋਲੇ ਸਤ ਹੋਇਆ, ਸੰਤੋਖ ਹੋਇਆ, ਤੇ ਤੇਰੇ ਕੋਲ ਗੁਰੂ ਨਾਨਕ ਦੀ ਵਿਚਾਰਧਾਰਾ। ਗੁਰੂ ਸਾਹਿਬ ਜੀ ਮਹਾਰਾਜ ਇਹ ਬਚਨ ਕਰਦੇ ਨੇ, ਥਾਲ ਵਿੱਚ 3 ਵਸਤੂ ਪਈਓ, ਸਤ, ਸੰਤੋਖ, ਵਿਚਾਰ। ਇਹ ਥਾਲੀ ਦੇ ਵਿੱਚ ਗੁਰੂ ਨਾਨਕ ਦੇ ਘਰ ਵਿੱਚ ਅਸੀਂ ਆਉਂਦੇ ਹਾਂ ਤੇ 3 ਵਸਤੂਆਂ ਪਰਮਾਤਮਾ ਨੇ ਸਾਡੇ ਵਾਸਤੇ ਪਰੋਸ ਕੇ ਰੱਖੀਆਂ ਹੋਈਆਂ ਨੇ। ਹੁਣ ਮਰਜ਼ੀ ਮਨੁੱਖ ਤੇ ਖੜੀ ਹੈ ਕਿ ਇਹਨਾਂ 3 ਵਸਤੂਆਂ ਦੇ ਵਿੱਚੋਂ ਇਹ ਕਿਹੜੀ ਵਸਤੂ ਪਰਮਾਤਮਾ ਦੇ ਘਰ ਦੇ ਵਿੱਚੋਂ ਲੈਣੀ ਚਾਹੁੰਦਾ ਹੈ। ਤੇ ਜਾਂ ਫਿਰ ਇਹ ਮਨੁੱਖ ਆਇਆ ਜ਼ਰੂਰ ਹੈ, 10 ਸਾਲ ਹੋ ਗਏ, 20 ਸਾਲ ਹੋ ਗਏ, 50 ਸਾਲ ਹੋ ਗਏ, ਇਹਨਾਂ 3 ਦੇ ਵਿੱਚੋਂ ਕੋਈ ਵਸਤੂ ਨਹੀਂ ਲੈਣੀ ਚਾਹੁੰਦਾ, ਕੋਈ ਵੀ ਨਹੀਂ ਲੈਣੀ ਚਾਹੁੰਦਾ। ਜੇ ਲੈਣੀ ਨਹੀਂ ਚਾਹੁੰਦਾ, ਜੇ ਸ਼ਹਿਰ ਬਾਜ਼ਾਰ ਤੋਂ ਕੁਛ ਲੈਣੇ ਨਹੀਂ ਸੀ ਤੇ ਫਿਰ ਲੈਣ ਵਾਸਤੇ ਕੀ ਗਿਆ? ਸਮਾਂ ਬਰਬਾਦ, ਧਨ ਬਰਬਾਦ ਕੀ ਕੀਤਾ? ਲੈਣਾ ਹੀ ਕੁਛ ਨਹੀਂ ਸੀ। ਜੇ ਵੱਡੇ ਪਰਮਾਤਮਾ ਦੇ ਘਰ ਦੇ ਵਿੱਚ ਆਏ ਹਾਂ ਤੇ ਵੱਡੇ ਪਰਮਾਤਮਾ ਦੇ ਘਰ ਦੇ ਵਿੱਚੋਂ ਕੋਈ ਵੱਡੀ ਹੀ ਵਸਤੂ ਲੈ ਕੇ ਜਾਈਏ ਜਿਹੜੀ ਦੁਨੀਆ ਦੇ ਹੋਰ ਕਿਸੇ ਕੋਨੇ ਤੋਂ ਨਹੀਂ ਮਿਲਦੀ। ਤਾਂ ਵੱਡੇ ਘਰ ਦੇ ਵਿੱਚ ਤੇ ਗੁਰੂ ਨਾਨਕ ਮਹਾਰਾਜ ਨੇ ਮੁੰਦਾਵਨੀ ਮਹੱਲਾ 5ਵਾਂ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਸਾਡੇ ਥਾਲੀ ਪਰੋਸ ਕੇ ਰੱਖੀ ਹੈ। ਉਹਦੇ ਵਿੱਚ ਇਹ 3 ਵਸਤੂਆਂ ਹਰ ਇੱਕ ਮਨੁੱਖ ਵਾਸਤੇ ਪਰਮਾਤਮਾ ਨੇ ਪਰੋਸ ਕੇ ਰੱਖੀਆਂ ਨੇ। ਗੁਰਮੁਖਾ, ਪਹਿਲੇ ਤੇ ਤੂੰ ਆ, ਬਾਅਦ ਦੇ ਵਿੱਚ ਆ ਕੇ ਇਹ 3 ਵਸਤੂਆਂ ਜਿਹੜੀਆਂ ਉਹ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਪ੍ਰਾਪਤ ਕਰ ਲਏ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਸਮਾਪਤੀ ਦਾ ਸਮਾਂ। ਭੁੱਲਾਂ ਚੁੱਕਾਂ ਦੀ ਖਿਮਾ ਆਈਆਂ ਸੰਗਤਾਂ ਦਾ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਇਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।